ਹੈਲੋ ਜੀ, ਜੈ ਗੁਰਦੇਵ। ਗੁੱਡ ਮਾਰਨਿੰਗ। ਅੱਜ ਤੋਂ ਕੁਝ ਸਾਲ ਪਹਿਲਾਂ 2010-12 ਦੀ ਇਹ ਗੱਲ ਆ ਕਿ ਯੂਕੇ ਦੇ ਸ਼ਹਿਰ ਕੋਵੈਂਟਰੀ ਦੇ ਵਿੱਚ ਆਪਾਂ ਨੇ ਇੱਕ ਸੈਮੀਨਾਰ ਕਰਵਾਇਆ ਸੀਗਾ। ਔਰ ਉਹ ਸੈਮੀਨਾਰ ਕਰਨ ਦਾ ਇੱਕੋ ਇੱਕ ਮਕਸਦ ਸੀ, ਜਿਹੜਾ ਸਪੈਸ਼ਲੀ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪ੍ਰਮੋਟ ਕੀਤਾ ਜਾਵੇ ਸਹੀ ਅਰਥਾਂ ਦੇ ਵਿੱਚ ਔਰ ਸਹੀ ਤਰੀਕੇ ਦੇ ਨਾਲ। ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਿਹੋ ਜਿਹਾ ਸਮਾਜ, ਕਿਹੋ ਜਿਹੀ ਜ਼ਿੰਦਗੀ ਚਾਹੁੰਦੇ ਸੀ, ਲੋਕਾਂ ਨੂੰ ਉਹਨਾਂ ਦਾ ਸੁਨੇਹਾ ਕੀ ਸੀਗਾ। ਇਹ ਸਾਰੀਆਂ ਗੱਲਾਂ 'ਤੇ ਬਹੁਤ ਸਾਰੇ ਜਿੱਦਾਂ ਸਾਡੇ ਪਾਰਟਿਸਪੈਂਟ ਨੇ ਹਿੱਸਾ ਲਿਆ ਔਰ ਬਹੁਤ ਸਾਰੇ ਪਾਰਟਿਸਪੈਂਟਸ ਨੇ ਗੱਲ ਕੀਤੀ ਸੀਗੀ, ਆਪਣੇ ਆਪਣੇ ਵਿਚਾਰ ਰੱਖੇ। ਔਰ ਮੇਰਾ ਸਬਜੈਕਟ ਉਸ ਦਿਨ ਸੀਗਾ ਦ ਫਿਲਾਸਫੀ ਆਫ ਸਤਿਗੁਰੂ ਰਵਿਦਾਸ ਜੀ ਮਹਾਰਾਜ ਐਂਡ ਇਟਸ ਰੈਲੇਵੈਂਸ ਇਨ ਮਾਡਰਨ ਵਰਲਡ। ਇਹ ਮੇਰਾ ਸੀਗਾ ਸਬਜੈਕਟ। ਔਰ ਮੈਂ ਸੋਚਦਾ ਸੀ ਕਿ ਉਹ ਗੱਲ ਦੁਬਾਰਾ ਕੀਤੀ ਜਾਵੇ। ਔਰ ਮੈਨੂੰ ਕੱਲ੍ਹ ਨਾ ਫਿਰ ਮੈਂ ਨੋਟਸ ਦੁਬਾਰਾ ਲੱਭੇ। ਮੇਰੇ ਇੱਕ ਫਰੈਂਡ ਨੇ ਕਿਹਾ ਉਹਦੇ ਬਾਰੇ ਗੱਲ ਕਰਨੇ ਨੂੰ, ਤਾਂ ਮੈਂ ਨੋਟਸ ਆਪਣੇ ਲੱਭੇ ਪੁਰਾਣੇ, ਉਹ ਜਿਹੜੇ ਸੀਗੇ ਉਹ ਲੱਭ ਕੇ, ਅਤੇ ਮੈਂ ਕਿਹਾ ਚਲੋ ਦੁਬਾਰਾ ਉਹਦੀ ਗੱਲ ਕਰਦੇ ਹਾਂ ਵੀ ਉਦੋਂ ਮੈਂ ਕਿਹੜੀ ਗੱਲ ਕੀਤੀ ਸੀ। ਇੱਕ ਵਾਰੀ ਫਰੈਸ਼ਨ ਅਪ ਕਰਦੇ, ਨਾਲੇ ਰਿਮਾਈਂਡ ਦੁਬਾਰਾ ਕਰਾਉਂਦੇ ਹਾਂ। ਚਲੋ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਝਣ ਦੇ ਲਈ, ਉਹਨਾਂ ਦੀ ਫਿਲਾਸਫੀ ਨੂੰ, ਉਹਨਾਂ ਦੀ ਆਈਡੀਓਲੋਜੀ ਨੂੰ ਸਮਝਣ ਦੇ ਲਈ ਪਹਿਲਾਂ ਸਾਨੂੰ ਸਮਝਣਾ ਪੈਣਾ ਕਿ ਉਹ ਸਮਾਂ ਕਿਹੋ ਜਿਹਾ ਸੀਗਾ, ਜਿਸ ਸਮੇਂ ਦੇ ਵਿੱਚ ਉਹਨੇ ਇੱਕ ਆਪਣੀ ਵਿਚਾਰਧਾਰਾ ਵੱਖਰੇ ਤਰੀਕੇ ਦੇ ਨਾਲ ਰੱਖੀ ਔਰ ਉਹ ਬਹੁਤ ਜ਼ਿਆਦਾ ਮਕਬੂਲ ਹੋਈ। ਇੰਡੀਆ ਵਿੱਚ ਨਹੀਂ ਇਕੱਲੇ, ਅੱਜ ਦੀ ਡੇਟ ਦੇ ਵਿੱਚ ਦੁਨੀਆ ਭਰ ਵਿੱਚ ਉਹ ਗੱਲ ਮਕਬੂਲ ਹੋ ਰਹੀ ਆ ਔਰ ਹੋਈ ਵੀ ਆ। ਉਹ ਵਿਚਾਰਧਾਰਾ ਹੈ ਕੀ ਸੀ, ਉਹਦੇ ਪਰ ਥੋੜ੍ਹੀ ਜਿਹੀ ਆਪਾਂ ਗੱਲਬਾਤ ਅੱਜ ਕਰਦੇ ਹਾਂ। ਜਿਹੜੀ ਗੱਲ ਮੈਂ ਉਦੋਂ ਅੱਜ ਤੋਂ 10-12 ਸਾਲ ਪਹਿਲਾਂ ਕਹੀ ਸੀ, ਉਹੀ ਗੱਲ ਅੱਜ ਵੀ ਮੈਂ ਕਰਦਾ। ਔਰ ਮੈਂ ਇਸ ਗੱਲ ਦੇ ਉੱਪਰ ਪੂਰਾ ਸਟ੍ਰਿਕਟ ਹਾਂ, ਮਤਲਬ ਪੂਰਾ ਦ੍ਰਿੜ ਹਾਂ ਕਿ ਇਹ ਗੱਲ ਬਹੁਤ ਜ਼ਰੂਰੀ ਆ ਸਾਨੂੰ ਸਮਝਣੀ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਫਿਲਾਸਫੀ ਅਸਲ 'ਚ ਹੈ ਕੀ। ਤਾਂ ਸਮਝੀਏ ਕਿ ਉਹ ਟਾਈਮ ਕਿਹੋ ਜਿਹਾ ਸੀ ਜਦੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਅਵਤਾਰ ਲਿਆ। ਉਸ ਟਾਈਮ ਦੇ ਉੱਪਰ ਸਮੇਂ ਦੇ ਬ੍ਰਾਹਮਣ ਦਾ ਬਹੁਤ ਜ਼ਿਆਦਾ, ਜਿਹੜਾ ਨਾ ਪੰਡਤ ਦਾ, ਬ੍ਰਾਹਮਣ ਦਾ ਬਹੁਤ ਜ਼ਿਆਦਾ ਪ੍ਰਭਾਵ ਸੀਗਾ ਲੋਕਾਂ ਅਤੇ ਸਮਾਜ ਦੇ ਉੱਪਰ। ਪੰਡਤ ਨੇ ਆਪਣੇ ਫਾਇਦੇ ਦੇ ਲਈ, ਬ੍ਰਾਹਮਣ ਨੇ ਆਪਣੇ ਫਾਇਦੇ ਦੇ ਲਈ ਸਮਾਜ ਨੂੰ ਵਰਨਾਂ ਵਿੱਚ ਵੰਡਿਆ ਹੋਇਆ ਸੀ, ਰੱਬ ਦੇ ਨਾਂ 'ਤੇ। ਕਿ ਰੱਬ ਸਿਰਫ ਬ੍ਰਾਹਮਣ ਨੂੰ ਹੱਕ ਆ ਰੱਬ ਨੂੰ ਪੂਜਣ ਦਾ, ਰੱਬ ਨੂੰ ਸਮਝਣ ਦਾ, ਰੱਬ ਦਾ ਨਾਂ ਜਪਣ ਦਾ ਜਾਂ ਜਪਾਉਣ ਦਾ ਜਾਂ ਸੁਣਨੇ ਦਾ। ਇਹੋ ਜਿਹੇ ਹਾਲਾਤ ਉਸ ਟਾਈਮ ਦੇ ਉੱਪਰ ਬ੍ਰਾਹਮਣ ਨੇ ਕੀਤੇ ਹੋਏ ਸੀਗੇ ਸਮਾਜ ਦੇ। ਔਰ ਲੋਕ ਬ੍ਰਾਹਮਣ ਤੋਂ ਥਰ ਥਰ ਕੰਬਦੇ ਸੀਗੇ, ਕਿਉਂਕਿ ਰਾਜਨੀਤਿਕ ਪਾਵਰ ਵੀ ਉਹਦੇ ਕੋਲ, ਧਾਰਮਿਕ ਪਾਵਰ ਵੀ ਉਹਦੇ ਕੋਲ, ਸਮਾਜਿਕ ਪਾਵਰ ਵੀ ਉਹਦੇ ਕੋਲ। ਔਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਪੈਦਾ ਹੋਏ ਕਾਂਚੀ, ਬਨਾਰਸ। ਉਹ ਗੜ੍ਹ ਸੀਗਾ ਹਿੰਦੂਵਾਦ ਔਰ ਬ੍ਰਾਹਮਣਵਾਦ ਦਾ ਗੜ੍ਹ ਸੀਗਾ ਮੰਨਿਆ ਜਾਂਦਾ ਉਸ ਟਾਈਮ 'ਤੇ। ਅੱਜ ਵੀ ਉਹ ਗੜ੍ਹ ਆ। ਜਦ ਉਹਨੇ ਦੇਖਿਆ ਕਿ ਸਮਾਜ ਦੇ ਲੋਕਾਂ ਨੂੰ, ਮਤਲਬ ਆਮ ਲੋਕਾਂ ਨੂੰ, ਬ੍ਰਾਹਮਣ ਦੀ ਲੁੱਟ ਜਿਹੜੀ ਆ ਉਹ ਲੁੱਟ ਰਹੀ ਆ, ਬ੍ਰਾਹਮਣ ਦੀਆਂ ਚਲਾਕੀਆਂ ਲੋਕਾਂ ਨੂੰ ਲੁੱਟ ਰਹੀਆਂ, ਤਾਂ ਉਹਨੇ ਪਰਮਾਤਮਾ ਦਾ ਜਿਹੜਾ ਫਲਸਫਾ ਸੀਗਾ ਨਾ, ਰੱਬ ਦਾ ਫਲਸਫਾ, ਉਹਨੂੰ ਬਹੁਤ ਸੌਖਾ ਕੀਤਾ। ਉਹਨੂੰ ਬਹੁਤ ਕਲੀਅਰ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ ਕਿ ਰੱਬ, ਪਰਮਾਤਮਾ, ਵਾਹਿਗੁਰੂ ਕਿਸੇ ਇੱਕ ਦੀ ਜ਼ਗੀਰ ਨਹੀਂ ਹੈ, ਕਿਸੇ ਇੱਕ ਦਾ ਉੱਤੇ ਕਬਜ਼ਾ ਨਹੀਂ ਹੈਗਾ ਕੋਈ ਵੀ।
ਪਰਮਾਤਮਾ ਸਭ ਆਲੇ ਦੁਆਲੇ ਪਰਮਾਤਮਾ ਹੀ ਆ। ਪਰਮਾਤਮਾ ਦਾ ਪਸਾਰਾ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਔਰ ਉਹਦੇ ਨਾਮ ਤੋਂ ਬਿਨਾਂ ਹਰ ਇੱਕ ਗੱਲ ਝੂਠ ਆ। ਹਰ ਇੱਕ ਪਸਾਰਾ ਜਿਹੜਾ ਹਰ ਇੱਕ ਅੱਜ ਦੁਨੀਆ ਕਰ ਰਹੀ ਆ, ਸਭ ਕੁਝ ਝੂਠ ਹੈ। ਸਿਰਫ ਇੱਕ ਰੱਬ ਦਾ ਨਾਮ ਸੱਚਾ ਆ। ਬ੍ਰਾਹਮਣ ਡਰਾਉਂਦਾ ਸੀ ਬੰਦੇ ਨੂੰ ਰੱਬ ਦੇ ਨਾਂ ਤੋਂ। ਇਹ ਕਹਿੰਦਾ ਸੀ ਕਿ ਰੱਬ ਦੀ ਇੱਛਾ ਆ ਕਿ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਜਿਹੜੇ ਰੱਬ ਚਾਹੁੰਦਾ ਕਿ ਇਹੋ ਜਿਹਾ ਸਮਾਜ ਰਹੇ। ਸ਼ੂਦਰ ਜਿਹੜੇ ਉਹ ਪੈਰਾਂ 'ਚ ਹੀ ਰਹਿਣ, ਉਹਨਾਂ ਨੂੰ ਕੋਈ ਹੱਕ ਨਹੀਂ ਕਿਸੇ ਚੀਜ਼ ਦਾ। ਬ੍ਰਾਹਮਣ ਜਿਹੜਾ ਹੈਗਾ ਉਹ ਦੇਵਤਾ ਇੱਕ ਕਿਸਮ ਦਾ। ਖੱਤਰੀ ਸਿਰਫ ਰਾਖੀ ਕਰਨ ਵਾਲੇ ਬੰਦੇ ਆ, ਜਾਂ ਯੋਧੇ ਲੜਨ ਵਾਲੇ ਆ ਖੱਤਰੀ। ਵੈਸ਼ ਲੋਕਾਂ ਦਾ ਢਿੱਡ ਭਰਨ ਵਾਲੇ ਆ, ਜਿਹੜੇ ਕਿਸਾਨ ਹੋ ਗਏ, ਖੇਤੀਬਾੜੀ ਕਰਨ ਵਾਲੇ ਜਾਂ ਅੰਨ ਪੈਦਾ ਕਰਨ ਵਾਲੇ। ਸ਼ੂਦਰ ਨੂੰ ਸਭ ਤੋਂ ਨੀਚਾ ਦਰਜਾ ਰੱਖਿਆ ਗਿਆ ਸੀ। ਅਛੂਤ ਬਣਾ ਕੇ ਰੱਖਤਾ ਸ਼ੂਦਰ ਨੂੰ। ਉਹ ਕਿਉਂ ਰੱਖਿਆ ਸੀ, ਇਹਨੂੰ ਸਮਝੀਏ ਮਾੜਾ ਜਿਹਾ। ਇਹ ਕੋਈ ਧਾਰਮਿਕ ਗੱਲ ਨਹੀਂ ਸੀਗੀ, ਇਹਦੇ ਪਿੱਛੇ ਕੋਈ ਧਾਰਮਿਕ ਕਾਰਨ ਨਹੀਂ ਸੀਗਾ। ਇਹਦੇ ਪਿੱਛੇ ਕਾਰਨ ਸੀਗਾ ਰਾਜਨੀਤਿਕ, ਜਿਹਨੂੰ ਅਸੀਂ ਮਨੂ ਸਮ੍ਰਿਤੀ ਕਹਿੰਦੇ ਹਾਂ। ਉਹਦਾ ਇੱਕੋ ਇੱਕ ਕਾਰਨ ਸੀਗਾ, ਇਹ ਇੱਕ ਚਲਾਕੀ ਨਾਲ ਕੀਤਾ ਹੋਇਆ ਛੜਯੰਤਰ ਸੀਗਾ ਬ੍ਰਾਹਮਣ ਦੁਆਰਾ, ਕਿ ਇਸ ਛੜਯੰਤਰ ਥਰੂ ਸਮੇਂ ਦੇ ਹਾਕਮਾਂ ਨੂੰ ਜ਼ਿਆਦਾ ਹੱਕ ਦੇਣੇ, ਜ਼ਿਆਦਾ ਉਹਨਾਂ ਨੂੰ ਸਿਕਿਉਰਿਟੀ ਦੇਣੀ ਇਸ ਗੱਲ ਦੀ ਕਿ ਤੁਸੀਂ ਕਰੋ ਰਾਜ, ਤੁਹਾਡਾ ਹੱਕ ਹੈਗਾ ਰਾਜ ਕਰਨ ਦਾ ਖੱਤਰੀਆਂ ਨੂੰ। ਬ੍ਰਾਹਮਣ ਨੇ ਰੱਬ ਦੀ ਪੂਜਾ ਬ੍ਰਾਹਮਣ ਨੇ ਕਰਨੀ, ਹੋਰ ਕੋਈ ਕਰ ਨਹੀਂ ਸਕਦਾ। ਸੋ ਇਹ ਇੱਕ ਛੜਯੰਤਰ ਦੇ ਨਾਲ ਕੀਤਾ ਹੋਇਆ ਸਮਝੌਤਾ ਸੀਗਾ। ਸਮਝੌਤੇ ਦੇ ਵਿੱਚ ਜਿਹੜੇ ਆਮ ਲੋਕ ਸੀ, ਗਰੀਬ ਲੋਕ ਸੀ, ਜਿਨ੍ਹਾਂ ਨੂੰ ਅਸੀਂ ਸ਼ੂਦਰ ਕਹਿ ਦਿੰਦੇ ਹਾਂ, ਜਾਂ ਜਿਨ੍ਹਾਂ ਨੂੰ ਬ੍ਰਾਹਮਣ ਅਛੂਤ ਕਹਿੰਦਾ ਸੀ, ਉਹ ਲੋਕਾਂ ਦੇ ਉੱਪਰ ਇਹ ਸਮਝੌਤਾ ਥੋਪਿਆ ਗਿਆ ਸੀ। ਉਹਨਾਂ ਦੀ ਕੋਈ ਰਾਏ ਨਹੀਂ ਲਈ ਗਈ ਸੀ, ਉਹਨਾਂ 'ਤੇ ਥੋਪਿਆ ਗਿਆ ਸੀ ਸਮਝੌਤਾ। ਤਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਉਹ ਉੱਚ ਸਿੱਖਿਆ ਪ੍ਰਾਪਤ ਕਰ ਲਈ। ਆਪਣੇ ਗਿਆਨ ਨੂੰ ਇੰਨਾ ਵਾਧਾ ਕੀਤਾ, ਗਿਆਨ ਵਿੱਚ ਉਹਨੇ ਹਰ ਚੀਜ਼ ਬਾਣੀ ਰਾਹੀਂ ਰਚ ਦਿੱਤੀ। ਮੈਂ ਬਹੁਤ ਵਾਰੀ ਗੱਲ ਕਰਦਾ ਹੁੰਦਾ ਕਿ ਮਹਾਰਾਜ ਜੀ ਦਾ ਸ਼ਬਦ ਇੱਕ ਉਹਨੂੰ ਸਮਝ ਲਓ ਤਾਂ ਤੁਹਾਡੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਣਾ। ਤੁਸੀਂ ਉਹਨੂੰ ਸਮਝ ਕੇ ਤਾਂ ਤੁਹਾਨੂੰ ਕਿਤੇ ਵੀ ਮੱਥਾ ਟੇਕਣ ਦੀ ਲੋੜ ਨਹੀਂ ਪੈਣੀ। ਉਹ ਸ਼ਬਦ ਹੈਗਾ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ, ਕਿ ਰੱਬ ਵਿੱਚ ਤੇ ਹੇ ਇਨਸਾਨ, ਰੱਬ ਵਿੱਚ ਤੇ ਤੇਰੇ ਵਿੱਚ ਕੋਈ ਫਰਕ ਨਹੀਂ ਹੈਗਾ। ਤੂੰ ਰੱਬ ਦਾ ਰੂਪ ਆ, ਰੱਬ ਤੇਰਾ ਰੂਪ ਆ। ਤੂੰ ਇਸ ਗੱਲ ਨੂੰ ਸਮਝ ਕੇ ਰੱਬ ਇੱਕ ਵੱਡਾ ਸਮੁੰਦਰ ਆ ਅਤੇ ਤੂੰ ਉਹ ਸਮੁੰਦਰ ਦੀਆਂ ਲਹਿਰਾਂ ਆ। ਰੱਬ ਇੱਕ ਬਹੁਤ ਵੱਡਾ ਸੂਰਜ ਆ ਅਤੇ ਤੂੰ ਸੂਰਜ ਦੀਆਂ ਕਿਰਨਾਂ ਆ। ਜੇ ਰੱਬ ਸੋਨਾ ਆ ਤਾਂ ਤੂੰ ਸੋਨੇ ਤੋਂ ਬਣਿਆ ਹੋਇਆ ਗਹਿਣਾ ਆ। ਸਿੰਪਲ ਜਿਹਾ ਨੂੰ ਸਮਝਾਵਾਂ, ਇੱਕ ਬਹੁਤ ਵੱਡੀ ਲਾਈਟ ਤੋਂ ਆਪਾਂ ਛੋਟੀਆਂ ਛੋਟੀਆਂ ਲਾਈਟਾਂ ਮਸ਼ਾਲਾਂ ਜਗਾਉਂਦੇ ਹਾਂ। ਉਹ ਛੋਟੀਆਂ ਛੋਟੀਆਂ ਲਾਈਟਾਂ ਅਸੀਂ ਆ, ਉਹ ਵੱਡੀ ਲਾਈਟ ਹੈਗੀ ਪਰਮਾਤਮਾ। ਜਦੋਂ ਅਸੀਂ ਰਲ ਗਏ ਉਹਦੇ ਵਿੱਚ ਤਾਂ ਅਸੀਂ ਪਰਮਾਤਮਾ ਦਾ ਰੂਪ ਹੋ ਜਾਣਾ। ਪਰਮਾਤਮਾ ਸਾਡਾ ਰੂਪ ਆ, ਅਸੀਂ ਪਰਮਾਤਮਾ ਦੇ ਰੂਪ ਆ। ਆਹ ਗੱਲ ਜਦੋਂ ਮਹਾਰਾਜ ਨੇ ਉਦੋਂ ਇਹ ਉਚਾਰੀ ਤਾਂ ਬ੍ਰਾਹਮਣ ਨੂੰ, ਸਮੇਂ ਦੇ ਬ੍ਰਾਹਮਣ ਨੂੰ ਕੋਈ ਜਵਾਬ ਨਹੀਂ ਇਸ ਗੱਲ ਦਾ ਆਇਆ। ਸਮੇਂ ਦਾ ਬ੍ਰਾਹਮਣ ਇੰਨਾ ਡਰ ਗਿਆ ਕਿ ਇਹ ਗੱਲ ਤਾਂ ਬਿਲਕੁਲ ਕਲੀਅਰ ਕਰਕੇ ਰੱਖਤੀ ਗੁਰੂ ਰਵਿਦਾਸ ਮਹਾਰਾਜ ਨੇ ਵੀ ਇਸ ਗੱਲ ਦਾ ਕੀ ਜਵਾਬ ਦਈਏ। ਤਾਂ ਉਹਨਾਂ ਨੇ ਵੱਖੋ ਵੱਖਰੇ ਜਿੱਦਾਂ ਤਰੀਕਿਆਂ ਦੇ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਆ ਵਿਚਾਰਧਾਰਾ ਨੂੰ ਇਫੈਕਟ ਕਰਨ ਦੀ ਟਰਾਈ ਕੀਤੀ ਸਮੇਂ ਸਮੇਂ 'ਤੇ। ਉਹ ਕਿੱਦਾਂ, ਦੇਖੋ, ਸਤਿਗੁਰੂ ਰਵਿਦਾਸ ਮਹਾਰਾਜ ਕਰਮ ਕਾਂਡ ਪਖੰਡਵਾਦ ਦੇ ਬਿਲਕੁਲ ਖਿਲਾਫ ਸੀਗੇ।
ਮੂਰਤੀ ਪੂਜਾ ਦੇ ਬਿਲਕੁਲ ਖਿਲਾਫ ਸੀਗੇ। ਉਹ ਕਿਸੇ ਦੈਵੀ ਸ਼ਕਤੀਆਂ ਵਿੱਚ ਯਕੀਨ ਹੀ ਨਹੀਂ ਕਰਦੇ ਸੀ। ਕਹਿੰਦੇ ਕੋਈ ਸ਼ਕਤੀ ਹੈ ਨਹੀਂ ਇੱਥੇ, ਪਰਮਾਤਮਾ ਇੱਕ ਹੈ, ਉਹ ਹੈ ਸਰਵਵਿਆਪੀ, ਉਹ ਸਾਡੇ ਸਾਹਮਣੇ ਆ, ਉਹ ਸਾਡੇ ਵਿੱਚ ਆ, ਅਸੀਂ ਉਹਦਾ ਰੂਪ ਆ, ਉਹ ਸਾਡਾ ਰੂਪ ਆ। ਜਦੋਂ ਇਹ ਗੱਲ ਹੋ ਗਈ, ਜਿਹੜੀਆਂ ਕਹਾਣੀਆਂ ਘੜੀਆਂ ਗਈਆਂ, ਜਿੰਨੀਆਂ ਵੀ ਕਹਾਣੀਆਂ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਹੈਗੀਆਂ, ਮੈਂ ਉਹਨਾਂ ਵਿੱਚ ਕਦੀ ਵੀ ਯਕੀਨ ਕੀਤਾ ਨਾ, ਮੈਂ ਕਦੀ ਉਹਨਾਂ 'ਤੇ ਯਕੀਨ ਕਰਦਾ, ਨਾ ਮੈਂ ਕੀਤਾ, ਨਾ ਮੈਂ ਕਰਨਾ। ਹੁਣ ਦੇਖੋ ਕਹਾਣੀ ਇੱਕ ਛੋਟੀ ਜਿਹੀ ਕਹਾਣੀ, ਦੋ ਗੱਲਾਂ ਜੋੜਦਾ। ਇੱਕ ਤਾਂ ਗੱਲ ਜਿਹੜੀ ਗੰਗਾ ਮਾਈ ਵਾਲੀ ਜੋੜੀ ਹੋਈ ਨਾਲ, ਹੈ ਨਾ, ਕਿ ਗੰਗਾ ਨੇ ਹੱਥ ਕੱਢ ਕੇ ਮਹਾਰਾਜ ਦੀ ਦਮੜੀ ਫੜੀ। ਥੋੜ੍ਹਾ ਜਿਹਾ ਵਿਗਿਆਨਿਕ ਤਰੀਕੇ ਦੇ ਨਾਲ ਸੋਚੀਏ, ਗੰਗਾ ਇੱਕ ਨਦੀ ਆ, ਇੱਕ ਉਹ ਨਹਿਰ ਆ, ਇੱਕ ਉਹ ਦਰਿਆ ਆ, ਔਰ ਉਸ ਦਰਿਆ ਦੀ ਪੂਜਾ ਹਿੰਦੂਵਾਦ ਕਰਦਾ ਆਇਆ, ਬ੍ਰਾਹਮਣ ਕਰਦਾ ਸੀ, ਸਿਰਫ ਬ੍ਰਾਹਮਣ ਕਰਦਾ ਸੀ। ਕਿਉਂਕਿ ਗੁਰੂ ਰਵਿਦਾਸ ਮਹਾਰਾਜ ਨੇ ਜਦੋਂ ਗੱਲ ਕਲੀਅਰ ਕਰਤੀ ਕਿ ਰੱਬ ਤਾਂ ਬੰਦਾ ਆਪ ਆ, ਤਾਂ ਬ੍ਰਾਹਮਣ ਨੂੰ ਸੋਚਣਾ ਫੇ ਪਿਆ ਕਿ ਯਾਰ ਇਹਦੀ ਗੱਲ ਦਾ ਤੋੜ ਹੁਣ ਕਿੱਦਾਂ ਕਰੀਏ। ਤਾਂ ਉਹਨੇ ਤੋੜ ਕੀ ਕੱਢਿਆ ਕਿ ਜਦੋਂ ਲੋਕ ਗੰਗਾ 'ਤੇ ਇਸ਼ਨਾਨ ਕਰਨ ਜਾਂਦੇ ਸੀਗੇ, ਤਾਂ ਇੱਕ ਬਾਹਮਣ ਜੁੱਤੀ ਗਠਾਉਣ ਆਇਆ, ਤਾਂ ਉਹਨੇ ਗੁਰੂ ਰਵਿਦਾਸ ਮਹਾਰਾਜ ਨੂੰ ਕਿਹਾ ਕਿ ਤੁਸੀਂ ਕੋਈ ਭੇਟਾ ਦੇਣੀ ਆ। ਤਾਂ ਗੁਰੂ ਰਵਿਦਾਸ ਮਹਾਰਾਜ ਨੇ ਦਮੜੀ ਦਿੱਤੀ। ਇਹ ਕਹਾਣੀ ਆ ਇੱਕ ਮਹਿਜ, ਇਹਦਾ ਕੋਈ ਪ੍ਰਮਾਣ ਨਹੀਂ ਹੈਗਾ, ਕੋਈ ਇਹਦੇ ਹਿਸਟਰੀ ਨਹੀਂ ਹੈਗੀ, ਕੋਈ ਇਹ ਰਿਸਰਚ ਦੇ ਬੇਸ ਉੱਪਰ ਹੈ ਨਹੀਂ ਗੱਲ। ਤਾਂ ਮਹਾਰਾਜ ਨੇ ਕਹਿੰਦੇ ਦਮੜੀ ਦੇ ਦਿੱਤੀ ਜੀ। ਉਹ ਦਮੜੀ ਲੈ ਕੇ ਗਿਆ, ਬ੍ਰਾਹਮਣ ਦੇਖੋ ਕਿੱਡੀ ਚਾਲ ਵੱਡੀ ਖੇਡੀ ਗਈ ਮਹਾਰਾਜ ਦੀ ਸੱਚੀ ਸੁੱਚੀ ਫਿਲਾਸਫੀ ਦੇ ਨਾਲ, ਇੱਕ ਮਹਾਨ ਫਿਲਾਸਫੀ ਦੇ ਨਾਲ ਕਿੱਡੀ ਵੱਡੀ ਚਾਲ ਖੇਡੀ ਗਈ। ਉਹ ਦਮੜੀ ਲੈ ਗਿਆ ਤਾਂ ਗੰਗਾ ਮਈਆ ਹੱਥ ਕੱਢ ਕੇ ਦਮੜੀ ਫੜਦੀ ਆ। ਦਿਮਾਗ 'ਤੇ ਮਾੜਾ ਜ਼ੋਰ ਦਈਏ, ਸੋਚੀਏ ਕਿ ਗੰਗਾ ਜਿਹੜੀ ਇੱਕ ਨਹਿਰ ਆ, ਇੱਕ ਨਦੀ ਆ, ਉਹ ਕਿੱਦਾਂ ਉਹਦੇ ਵਿੱਚੋਂ ਹੱਥ ਕਿੱਦਾਂ ਬਾਹਰ ਆ ਗਿਆ। ਉਹਦੇ ਵਿੱਚ ਕੋਈ ਲੇਡੀ ਬੈਠੀ ਸੀ, ਕੋਈ ਜਨਾਨੀ ਬੈਠੀ ਸੀ ਉਹਦੇ ਵਿੱਚ। ਇਹਦਾ ਮਤਲਬ ਇਹ ਹੋਇਆ ਕਿ ਬਾਹਮਣ ਨੇ ਆਪਣੀ ਗੱਲ ਨੂੰ ਫੇਰ ਉੱਚਾ ਕਰਤਾ ਕਿ ਗੰਗਾ ਸੱਚੀ ਮੁੱਚੀ ਇੱਕ ਪਾਵਰਫੁੱਲ, ਇੱਕ ਉਹਦੇ ਵਿੱਚ ਇੱਕ ਮਤਲਬ ਦੇਵੀ ਹੈਗੀ। ਉਹ ਗੰਗਾ ਦੇਵੀ ਆ, ਉਹ ਨਹਿਰ ਨਹੀਂ, ਉਹ ਦਰਿਆ ਨਹੀਂ, ਉਹ ਇੱਕ ਦੇਵੀ ਆ। ਅਸੀਂ ਇਹ ਸੋਚੀ ਜਾਂਦੇ ਕਿ ਗੁਰੂ ਰਵਿਦਾਸ ਮਹਾਰਾਜ ਦਮੜੀ ਗੰਗਾ ਨੇ ਹੱਥ ਕੱਢ ਕੇ ਫੜ ਲਈ, ਅਸੀਂ ਇਸ ਗੱਲ 'ਤੇ ਖੁਸ਼ ਹੋਈ ਜਾਂਦੇ। ਪਰ ਅਸਲ ਦੇ ਵਿੱਚ ਬ੍ਰਾਹਮਣ ਆਪਣੀ ਚਲਾਕੀ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਨੂੰ ਫਿਰ ਗੰਗਾ ਦਾ ਭਗਤ ਬਣਾ ਗਿਆ। ਦੂਸਰੀ ਗੱਲ, ਜਿਹੜੀ ਦੂਸਰੀ ਕਹਾਣੀ ਮੈਂ ਦੇਖਦਾ, ਉਹ ਮੈਂ ਉਹ 'ਤੇ ਯਕੀਨ ਬਿਲਕੁਲ ਹੀ ਨਹੀਂ ਕਰਦਾ। ਉਹ ਹੈਗੀ ਆ ਜੰਝੂ ਕੱਢਣ ਵਾਲੀ ਗੱਲ, ਕਿ ਮਹਾਰਾਜ ਨੇ ਮੋਢੇ ਵਿੱਚ ਰੰਬੀ ਮਾਰ ਕੇ ਤੇ ਜੰਝੂ ਕੱਢ ਕੇ ਦਿਖਾਏ। ਹੁਣ ਸੋਚੀਏ, ਇੱਕ ਗੱਲ ਸੋਚੀਏ, ਮੋਢੇ ਵਿੱਚ ਰੰਬੀ ਮਾਰਨਾ ਜੰਝੂ ਕਿੱਥੋਂ ਨਿਕਲ ਸਕਦੇ, ਕਿੱਥੇ ਆ ਜੰਝੂ? ਜੰਝੂ ਹੈ ਕੀ? ਗੁਰੂ ਰਵਿਦਾਸ ਮਹਾਰਾਜ ਨੇ ਤਾਂ ਜੰਝੂ ਦੀ ਗੱਲ ਸਾਫ਼ ਕਲੀਅਰ ਕੀਤੀ ਕਿ ਜਿਹੜਾ ਇਹ ਸੂਤ ਦਾ ਧਾਗਾ ਪਾਉਣ ਨੂੰ ਜੰਝੂ ਕਹਿੰਦੇ, ਇਹਦਾ ਕੋਈ ਫਾਇਦਾ ਨਹੀਂ, ਕੋਈ ਮਤਲਬ ਨਹੀਂ। ਸਾਰੇ ਯੁੱਗਾਂ ਦੇ ਵਿੱਚ, ਚਾਰੇ ਯੁੱਗਾਂ ਦੇ ਵਿੱਚ ਇੱਕੋ ਇੱਕ ਨਾਮ ਹੈਗਾ, ਉਹ ਹੈਗਾ ਪਰਮਾਤਮਾ ਦਾ ਸਹੀ ਨਾਮ। ਉਸ ਤੋਂ ਬਿਨਾਂ ਜੋ ਮਰਜ਼ੀ ਪਾ ਲਓ, ਕੋਈ ਤੁਹਾਡੀ ਰੱਖਿਆ ਨਹੀਂ ਕਰ ਸਕਦਾ, ਕੁਛ ਨਹੀਂ। ਪਰਮਾਤਮਾ ਦਾ ਨਾਮ ਸਾਰਾ ਕੁਛ ਆ। ਸੋ ਇਹ ਵੀ ਕਹਾਣੀ ਇੱਕ ਮਹਿਜ ਕਹਾਣੀ ਬਣਾਈ ਗਈ, ਜਿਹਦਾ ਕੋਈ ਵੀ ਪ੍ਰੂਫ ਨਹੀਂ ਹੈਗਾ। ਰਹੀ ਗੱਲ ਉਸ ਟਾਈਮ 'ਤੇ ਜਦੋਂ ਲੋਕਾਂ ਨੇ ਦੇਖਿਆ ਕਿ ਮਹਾਰਾਜ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਰੀਅਲ ਬੇਸ ਦੇ ਉੱਪਰ ਹੈਗੀਆਂ, ਤਾਂ ਬਹੁਤ ਸਾਰੇ ਰਾਜੇ ਰਾਣੀਆਂ ਉਹਨਾਂ ਦੇ ਚਰਨੀ ਪਏ। ਇਹ ਕਹਾਣੀ ਸਾਫ਼ ਮਿਲਦੀ ਆ। ਮੀਰਾ ਬਾਈ, ਝਾਲਾਂ ਬਾਈ, ਰਾਣਾ ਸਾਂਘਾ, ਸਭ ਰਾਜੇ ਰਾਣੀਆਂ ਉਹਨਾਂ ਦੇ ਚਰਨੀ ਉਸ ਟਾਈਮ 'ਤੇ ਪਏ ਸੀ, ਕਿਉਂਕਿ ਜਿਹੜੀ ਗੁਰੂ ਰਵਿਦਾਸ ਮਹਾਰਾਜ ਦੀ ਗੱਲ ਸੀ ਉਹ ਬਿਲਕੁਲ ਵਿਲੱਖਣ ਸੀਗੀ। ਮਤਲਬ ਸਦੀਆਂ ਤੋਂ ਚੱਲਿਆ ਆ ਰਹੇ ਭਰਮ ਦੇ ਖਿਲਾਫ ਉਹਨੇ ਇੱਕ ਸਿਸਟਮ ਖੜ੍ਹਾ ਕੀਤਾ, ਔਰ ਉਹ ਸਿਸਟਮ
ਦੇ ਹਿਸਾਬ ਦੇ ਨਾਲ ਦੇ ਤਰੀਕੇ ਦੇ ਨਾਲ ਜਿਹੜੇ ਬਹੁਤ ਉਸ ਟਾਈਮ ਦੇ ਵਿਦਵਾਨ ਵੀ ਸੀਗੇ, ਉਹਨਾਂ ਨੂੰ ਗੱਲ ਨਹੀਂ ਕੋਈ ਆਉਂਦੀ ਸੀ ਉਹਨਾਂ ਦੇ ਮੂਹਰੇ ਕਿ ਇਸ ਗੱਲ ਦਾ ਜਵਾਬ ਕੀ ਦਈਏ। ਜੇ ਉਹ ਫਿਲਾਸਫੀ ਉਸ ਟਾਈਮ 'ਤੇ ਕਾਰਗਰ ਸੀਗੀ ਤੇ ਅੱਜ ਵੀ ਕਾਰਗਰ ਆ। ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੰਨੀ ਵੀ ਉਹਨਾਂ ਦੀ ਬਾਣੀ ਹੈਗੀ ਆ, 40 ਸ਼ਬਦ ਤੇ 1 ਸ਼ਲੋਕ, ਇਹ ਬਹੁਤ ਹੀ ਮਾਣ ਵਾਲੀ ਗੱਲ ਵੀ ਹੈ ਔਰ ਸਮਾਜ ਲਈ ਬਹੁਤ ਸੇਧ ਦੇਣ ਵਾਲੀ ਗੱਲ ਵੀ ਆ। ਔਰ ਜਦ ਤੱਕ ਸਮਾਜ ਹੈ ਇਹ ਫਿਲਾਸਫੀ ਚੱਲਦੀ ਰਹੂਗੀ, ਔਰ ਇਹ ਚੱਲਦੀ ਇਸ ਕਰਕੇ ਰਹਿਣੀ ਕਿ ਇਹ ਰਿਐਲਿਟੀ ਦੇ ਬਹੁਤ ਕਰੀਬ ਆ। ਜਿਹੜੀ ਗੱਲ ਵੀ ਰਿਐਲਿਟੀ ਦੇ ਕਰੀਬ ਹੋਊਗੀ, ਜਿਹੜੀ ਗੱਲ ਵੀ ਸਾਇੰਟੀਫਿਕ ਤੌਰ 'ਤੇ ਸਹੀ ਹੋਊਗੀ, ਉਹ ਗੱਲ ਦੀ ਸਦਾ ਹੀ ਪੂਜਾ ਹੋਊਗੀ, ਸਦਾ ਹੀ ਉਹਦੀ ਰਿਸਪੈਕਟ ਹੋਊਗੀ। ਜੇ ਅੱਜ ਤੋਂ 650 ਸਾਲ ਪਹਿਲਾਂ ਰਿਸਪੈਕਟ ਹੋਈ ਸੀ ਤੇ ਉਹ ਗਾਂਹ ਵੀ ਹੁੰਦੀ ਰਹਿਣੀ ਆ, ਕਿਉਂਕਿ ਹਰ ਇੱਕ ਗੱਲ ਮਹਾਰਾਜ ਦੀ ਲਿਖੀ ਹੋਈ ਜਿਹੜੀ ਹੈਗੀ ਆ ਉਹ ਬਿਲਕੁਲ ਪ੍ਰਮਾਣਿਤ ਆ ਔਰ ਉਹ ਬਿਲਕੁਲ ਸੱਚਾਈ ਦੇ ਨਾਲ ਉਹ ਬਿਆਨ ਕਰਦੀ ਆ ਜ਼ਿੰਦਗੀ ਦੇ ਤੌਰ ਤਰੀਕਿਆਂ ਨੂੰ। ਅਸੀਂ ਰਵਿਦਾਸੀਆ ਕਹਿਣ ਨਾਲ ਨਹੀਂ ਬਣਨਾ। ਰਵਿਦਾਸੀਆ ਇੱਕ ਸੋਚ ਆ ਜਿਹੜੀ 650 ਸਾਲ ਪਹਿਲਾਂ ਸ਼ੁਰੂ ਹੋਈ ਸੀ ਔਰ ਆਉਣ ਵਾਲੇ 6000 ਸਾਲਾਂ ਤੱਕ, 6000 ਕਰੋੜ ਸਾਲਾਂ ਤੱਕ ਚੱਲਦੀ ਰਹੂਗੀ। ਇਹ ਫਿਲਾਸਫੀ ਉਦੋਂ ਵੀ ਕਾਰਗਰ ਸੀਗੀ, ਅੱਜ ਵੀ ਕਾਰਗਰ ਹੈ ਔਰ ਕੱਲ੍ਹ ਨੂੰ ਵੀ ਕਾਰਗਰ ਰਹਿਣੀ ਆ, ਕਿਉਂਕਿ ਜਿਹੜੇ ਭੇਦ ਪਾਏ ਹੋਏ ਸੀਗੇ ਉਹ ਮਹਾਰਾਜ ਨੇ ਸਾਫ਼ ਖੋਲ੍ਹ ਕੇ ਰੱਖ ਦਿੱਤੇ। ਔਰ ਆਉਣ ਵਾਲਾ ਜਿੰਨਾ ਮਰਜ਼ੀ ਟਾਈਮ ਹੋਵੇ ਵਧੀਆ, ਜਿੰਨੀ ਮਰਜ਼ੀ ਸਾਇੰਟੀਫਿਕ ਤਰੱਕੀ ਕਰ ਜਾਵੇ, ਸਾਇੰਸ ਤਰੱਕੀ ਕਰ ਜਾਵੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਇਸ ਗੱਲ, ਇਸ ਵਿਚਾਰਧਾਰਾ ਨੂੰ ਕੋਈ ਵੀ ਕੰਡੈਮ ਨਹੀਂ ਕਰ ਸਕਦਾ, ਕੋਈ ਵੀ ਇਹਦੇ ਖਿਲਾਫ ਕੁਛ ਕਹਿ ਨਹੀਂ ਸਕਦਾ, ਕਿਉਂਕਿ ਇਹ ਬਿਲਕੁਲ ਸੱਚਾਈ ਦੇ ਕਰੀਬ ਆ ਔਰ ਬਿਲਕੁਲ ਸੱਚੀ ਗੱਲ ਆ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਚਾਹੇ ਤੁਸੀਂ ਅੰਮ੍ਰਿਤ ਬਾਣੀ ਨੂੰ ਪੜ੍ਹੋ, ਚਾਹੇ ਤੁਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਤੁਹਾਨੂੰ ਜੀਵਨ ਦੀ ਜਾਂਚ ਸਿੱਖਣੀ ਪੈਣੀ ਆ। ਆਪਣੇ ਜੀਵਨ ਨੂੰ ਵਧੀਆ ਬਣਾਓ। ਮਹਾਰਾਜ ਨੇ ਸਾਫ਼ ਕਿਹਾ ਕਿ ਤੁਸੀਂ ਆਪਣੇ ਜੀਵਨ ਨੂੰ ਉੱਚਾ ਇੰਨਾ ਚੱਕੋ ਕਿ ਕੋਈ ਤੁਹਾਡੇ ਨਾਲ ਨਫ਼ਰਤ ਕਰੇ ਹੀ ਨਾ, ਤੁਹਾਡੀ ਜਾਤ ਨਾਲ, ਤੁਹਾਡੇ ਕੰਮ ਨਾਲ ਕੋਈ ਨਫ਼ਰਤ ਹੀ ਨਾ ਕਰੇ। ਤਾਂ ਉਹਦਾ ਹੱਲ ਕੀ ਆ? ਦੇਖੋ ਆਉਣ ਵਾਲੀ ਪੀੜ੍ਹੀਆਂ ਨੂੰ ਇਹੀ ਸਿਖਾਉਣ ਦੀ ਲੋੜ ਹੈਗੀ ਆ ਕਿ ਅਸੀਂ ਇਹੋ ਜਿਹੇ ਕੰਮ ਕਰਨੇ, ਇਹੋ ਜਿਹੀ ਤਰੱਕੀ ਕਰਨੀ ਆ ਕਿ ਸਾਨੂੰ ਕਹਿਣਾ ਨਾ ਪਵੇ ਕਿ ਅਸੀਂ ਕੀ ਹਾਂ, ਜਾਂ ਸਾਨੂੰ ਦੱਸਣ ਦੀ ਲੋੜ ਹੀ ਨਾ ਪਵੇ ਅਸੀਂ ਕੀ ਹਾਂ। ਸਾਡੇ ਕੰਮ ਬੋਲਣ, ਸਾਡੀ ਜ਼ਿੰਦਗੀ ਬੋਲੇ ਆਪ ਕਿ ਇਹ ਬੰਦੇ ਉਹ ਬਈ ਰਵਿਦਾਸੀ ਇਹ ਬੰਦੇ ਆ, ਜਾਂ ਇਹ ਬੰਦੇ ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਆ। ਗੱਲਾਂ ਨਾਲ ਢੋਲ ਵਜਾ ਕੇ, ਗਾਣੇ ਗਾ ਕੇ ਨਹੀਂ ਅਸੀਂ ਦਿਖਾਉਣਾ। ਸੋ ਇੰਨੀ ਗੱਲ ਮੇਰੇ ਜਹਿਨ 'ਚ ਸੀਗੀ ਕਿ ਥੋੜ੍ਹਾ ਦੁਬਾਰਾ ਰਿਮਾਇੰਡ ਕਰਾਇਆ ਜਾਵੇ। ਜੇ ਗੁਰੂ ਸਾਹਿਬ ਕਹਿੰਦੇ ਸੀਗੇ ਕਿ ਪਖੰਡਵਾਦ ਨੂੰ ਛੱਡੋ, ਤਾਂ ਸਾਨੂੰ ਛੱਡ ਕੇ ਰਿਐਲਿਟੀ ਨੂੰ ਐਕਸੈਪਟ ਕਰਨਾ ਚਾਹੀਦਾ। ਰੀਅਲ ਜਿਹੜੀ ਗੱਲ ਹੈਗੀ ਉਹਨੂੰ ਸਮਝੋ। ਤੁਸੀਂ ਰੱਬ ਦਾ ਰੂਪ ਆ, ਤੁਸੀਂ ਰੱਬ ਨੂੰ ਸਮਝ ਕੇ ਆਪਣੇ ਅੰਦਰੋਂ ਰੱਬ ਦੀ ਖੋਜ ਕਰੋ। ਸਤਿਗੁਰੂ ਫਰੀਦ ਜੀ ਮਹਾਰਾਜ ਦਾ ਇੱਕ ਸ਼ਲੋਕ ਆ, ਇੱਕ ਸ਼ਬਦ ਆ, ਜੰਗਲ ਜੰਗਲ ਕਿਆ ਢੂੰਡੈ, ਵਣ ਕੰਢੇ ਮੁੜੈ, ਵਸੀ ਰੱਬ ਹਿਆਲਿਆ, ਬਾਹਰ ਕਿਆ ਢੂੰਡੈ। ਮਤਲਬ ਕਹਿਣ ਦਾ ਕਲੀਅਰ ਬਾਬਾ ਫਰੀਦ ਮਹਾਰਾਜ ਨੇ ਵੀ ਕੀਤਾ ਕਿ ਇਨਸਾਨ ਤੂੰ ਬਾਹਰ ਮੂਰਤੀਆਂ ਵਿੱਚ, ਤੂੰ ਮੰਦਰਾਂ ਵਿੱਚ, ਤੂੰ ਗੁਰਦੁਆਰਿਆਂ 'ਚ ਰੱਬ ਨੂੰ ਲੱਭਦਾ ਫਿਰਦਾ, ਘੁੰਮੀ ਜਾਂਦਾ, ਰੱਬ ਨੂੰ ਲੱਭਦਾ ਫਿਰਦਾ। ਰੱਬ ਤਾਂ ਤੇਰੇ ਅੰਦਰ ਬੈਠਾ, ਜਿਹਨੂੰ ਲੱਭਣ ਦੀ ਲੋੜ ਸੀ ਉੱਥੇ ਤੂੰ ਲੱਭਦਾ ਨਹੀਂ, ਜਿੱਥੇ ਹੈ ਨਹੀਂ ਗਾ ਉੱਥੇ ਤੂੰ ਲੱਭੀ ਜਾਂਦਾ, ਉੱਥੇ ਤੂੰ ਮੱਥੇ ਟੇਕੀ ਜਾਂਦਾ ਜਾ ਕੇ। ਇਹੀ ਗੱਲ ਸਤਿਗੁਰੂ ਰਵਿਦਾਸ ਮਹਾਰਾਜ ਨੇ ਕਹੀ ਸੀਗੀ
ਕਿ ਰੱਬ ਨੂੰ ਬਾਹਰੋਂ ਨਾ ਲੱਭੋ, ਕਿਤੇ ਹੋਰੋਂ ਨਾ ਲੱਭੋ, ਰੱਬ ਨੂੰ ਆਪਣੇ ਆਪ ਵਿੱਚ ਖੋਜੋ। ਉਹਨੂੰ ਖੋਜਣਾ ਪੈਣਾ। ਤੁਸੀਂ ਖੋਜ ਲਿਆ, ਜਦੋਂ ਰੱਬ ਖੋਜ ਲਿਆ ਤੁਸੀਂ, ਤੁਹਾਡੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਹੋ ਜਾਣੀ, ਬਹੁਤ ਖੁਸ਼ੀਆਂ ਨਾਲ ਭਰ ਜਾਣੀ। ਆਟੋਮੈਟਿਕਲੀ ਤੁਸੀਂ ਖੁਸ਼ ਹੋ ਜਾਣਾ। ਸੋ ਗੱਲ ਮੈਂ ਫਿਲਾਸਫੀ 'ਤੇ ਫੇਰ ਆਵਾਂ। ਜਿਹੜੀ ਫਿਲਾਸਫੀ 650 ਸਾਲ ਪਹਿਲਾਂ ਕਾਮਯਾਬ ਸੀਗੀ, ਉਹ ਅੱਜ ਵੀ ਕਾਮਯਾਬ ਆ। ਉਹ ਕੱਲ੍ਹ ਨੂੰ ਵੀ ਕਾਮਯਾਬ ਰਹਿਣੀ। ਕਾਮਯਾਬ ਤਾਂ ਰਹਿਣੀ ਆ ਜੇ ਅਸੀਂ ਉਹਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਅਪਣਾਇਆ ਤਾਂ। ਗੱਲਾਂ ਨਾਲ ਨਹੀਂ, ਢੋਲਕੀਆਂ ਛਾਣਿਆਂ ਨਾਲ ਨਹੀਂ, ਗਾਣਿਆਂ ਨਾਲ ਨਹੀਂ, ਸਮਝ ਕੇ ਆਪਣੀ ਜ਼ਿੰਦਗੀ ਨੂੰ ਉਹੋ ਜਿਹਾ ਬਣਾਉਣਾ, ਆਪਣੀ ਜ਼ਿੰਦਗੀ ਨੂੰ ਬੇਗਮਪੁਰਾ ਬਣਾਉਣਾ। ਨਾ ਕਿ ਸਾਨੂੰ ਕਿਸੇ ਨੇ ਸ਼ਹਿਰ ਦੇਣਾ ਬੇਗਮਪੁਰਾ। ਆਪਣੀ ਜ਼ਿੰਦਗੀ ਨੂੰ ਗਮਾਂ ਤੋਂ ਰਹਿਤ ਕਰਨਾ, ਆਪਣੀ ਜ਼ਿੰਦਗੀ ਨੂੰ ਦੁੱਖਾਂ ਤੋਂ ਰਹਿਤ ਕਰਨਾ। ਅਸੀਂ ਆਪਣੀ ਜ਼ਿੰਦਗੀ ਨੂੰ ਤਰੱਕੀ ਵੱਲ ਲੈ ਕੇ ਜਾਣਾ ਕਿ ਅਸੀਂ ਲੋਕ ਦੇਖ ਕੇ ਕਹਿਣ ਕਿ ਉਹ ਬੰਦੇ ਵੀ ਫਲਾਣੇ ਬੰਦੇ ਹੈਗੇ ਆ, ਕਮਿਊਨਿਟੀ ਹੈਗੀ ਆ ਜਿਹੜੀ ਆਪਣੇ ਗੁਰੂ ਦੇ ਗੱਲਾਂ ਦੇ ਉੱਪਰ ਪੱਕਾ ਸੱਚੇ ਮਨ ਨਾਲ ਉਤਰੀ ਔਰ ਉਹਨੇ ਬਹੁਤ ਤਰੱਕੀ ਕੀਤੀ। ਇਹਨੂੰ ਕਹਿੰਦੇ ਬੇਗਮਪੁਰਾ। ਸੋ ਇੰਨੀ ਗੱਲ ਅੱਜ ਕਰਨੀ ਸੀ। ਸਿਹਤ ਹਾਲੇ ਬਿਲਕੁਲ ਮੈਂ ਕਈ ਵਾਰ ਦੱਸਿਆ ਕਿ ਸਿਹਤ ਖਰਾਬ ਆ। ਬੋਲ ਹੁੰਦਾ ਨਹੀਂ, ਬੋਲ ਜ਼ਿਆਦਾ ਬੋਲਾਂ ਤਾਂ ਫਿਰ ਸਿਹਤ ਖਰਾਬ ਹੁੰਦੀ। ਸੋ ਇੰਨੀ ਗੱਲ ਦੀ ਮੇਰੀ ਨੂੰ ਪ੍ਰਵਾਨ ਕਰਿਓ। ਜੇ ਕੁਛ ਗਲਤ ਕਿਹਾ ਹੋਵੇ ਤਾਂ ਪਹਿਲਾਂ ਹੀ ਮਾफ़ ਕਰ ਦਿਓ। ਮੈਂ ਕਿਸੇ ਨਾ ਕਿਸੇ ਵੀ ਤਰ੍ਹਾਂ ਦੀ ਬਹਿਸ ਨਹੀਂ ਕਰਨੀ ਚਾਹੁੰਦਾ। ਮੈਂ ਤਾਂ ਜੋ ਮੇਰੇ ਮਨ ਦੀ ਗੱਲ ਆ, ਜੋ ਮੈਂ ਸਿੱਖਿਆ ਆਪਣੇ ਗੁਰੂ ਤੋਂ, ਜੋ ਮੈਂ ਸਮਝਿਆ, ਉਹ ਮੈਂ ਤੁਹਾਡੇ ਮੂਹਰੇ ਰੱਖ ਦਿੰਦਾ। ਇਸ ਤੋਂ ਵੱਧ ਕੋਈ ਮੇਰਾ ਮਕਸਦ ਨਹੀਂ ਹੈਗਾ। ਤੁਸੀਂ ਸਾਰੇ ਰੱਬ ਦਾ ਰੂਪ ਆ, ਅਸੀਂ ਸਾਰੇ ਰੱਬ ਦਾ ਰੂਪ ਆ। ਰੱਬ ਸਾਡੇ ਵਿੱਚ ਬੈਠਾ, ਉਹਨੂੰ ਖੋਜੀਏ। ਅਸੀਂ ਬਾਹਰ ਨਾ ਤੁਰੇ ਫਿਰੀਏ, ਪਖੰਡਬਾਜ਼ੀ ਤੋਂ ਬਾਹਰ ਨਿਕਲੀਏ। ਪਖੰਡ ਨਹੀਂ ਕਰਨਾ ਕੋਈ ਵੀ। ਥੈਂਕ ਯੂ ਵੈਰੀ ਮਚ। ਜੈ ਗੁਰਦੇਵ। ਧੰਨ ਗੁਰਦੇਵ ਜੀ।